ਅੱਜ ਅਸੀਂ ਜੋ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਆਪਣੇ ਆਪ ਦੇ ਵਿੱਚ ਵੱਖਰਾ ਮਾਮਲਾ ਹੈ। ਇੱਕ ਤੋਂ ਬਾਅਦ ਇੱਕ ਪਿੰਡਾਂ ਦੇ ਵਿੱਚ ਆਰੋਪ ਲੱਗਣੇ ਸ਼ੁਰੂ ਹੋ ਗਏ ਕਿ ਰਵਾਇਤੀ ਪਾਰਟੀਆਂ ਦੀ ਸਰਕਾਰ ਸਮੇਂ ਜੋ ਸਰਪੰਚ ਸੀਗੇ ਉਹਨਾਂ ਦੇ ਵੱਲੋਂ ਗ੍ਰਾਂਟਾਂ ਦੇ ਵਿੱਚ ਘਪਲੇ ਕੀਤੇ ਗਏ, ਉਹਨਾਂ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਘਪਲੇ ਕੀਤੇ ਗਏ। ਲੇਕਿਨ 67-68 ਦੇ ਵਿੱਚ ਸਾਡਾ ਰਕਬਾ 108 ਕਨਾਲ ਜਿਹੜੀ ਗ੍ਰਾਮ ਪੰਚਾਇਤ ਦੇ ਨਾਮ ਤੇ ਬੋਲਦੀ ਸੀ, ਉਸ ਨੂੰ ਸੀਓ ਸਾਹਿਬ ਦੇ ਹੁਕਮ ਜਾਰੀ ਕਰਕੇ ਪੰਚਾਇਤ ਦੀ ਜ਼ਮੀਨ ਨੂੰ ਕਿਸੇ ਪ੍ਰਾਈਵੇਟ ਬੰਦੇ ਦੇ ਨਾਮ ਕਰ ਦਿੱਤਾ ਗਿਆ। 67-68 ਦੇ ਵਿੱਚ ਜਿਹੜਾ ਹੈਗਾ ਤੁਹਾਡੀ ਜ਼ਮੀਨ ਜਿਹੜੀ ਕਿਸੇ ਦੇ ਨਾਮ ਕਰ ਦਿੱਤੀ ਗਈ। ਤੁਹਾਡੇ ਕੋਲੇ ਕੀ ਪ੍ਰੂਫ ਹੈ ਇਸ ਗੱਲ ਦਾ? ਸਰ, ਇਹ ਪ੍ਰੂਫ ਹੈ ਜਿਹੜਾ ਉਰਦੂ ਦੇ ਵਿੱਚ ਲਿਖਤ ਹੈ, ਜਿਹੜੀ ਅਸੀਂ ਸੀਓ ਸਾਹਿਬ ਨੇ ਇਹੋ ਜਿਹੇ ਕਿਹੜੇ ਹੁਕਮ ਜਾਰੀ ਕਰ ਦਿੱਤੇ ਵੀ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਇਹਨਾਂ ਲੋਕਾਂ ਦੇ ਨਾਮ ਕਰ ਦਿੱਤਾ। ਪਿੰਡ ਸਜਰਾਣਾ ਜਿਹੜਾ ਕਿ ਬਹੁਤ ਵੱਡਾ ਪਿੰਡ ਹੈ ਜਲਾਲਾਬਾਦ ਹਲਕੇ ਦਾ, ਉੱਥੋਂ ਦਾ ਸਰਪੰਚ ਬੋਲ ਰਿਹਾ ਹੈ ਕਿ ਪਿੰਡ ਦੇ ਕੋਲੇ ਜ਼ਮੀਨ ਹੈ ਨਹੀਂ, ਇੱਕ ਮਰਲਾ ਜ਼ਮੀਨ ਹੈ ਨਹੀਂ। ਦੱਸਦੇ ਹੈ ਕਿ ਪਿੱਛੇ ਜੇ ਕੋਈ ਗ੍ਰਾਂਟ ਆਈ ਸੀ ਉਸ ਦੇ ਲਈ ਵੀ ਇਹਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਕੀ ਮਾਮਲਾ ਸੀ ਜਿਹੜੀ ਗ੍ਰਾਂਟ ਆਈ ਸੀ? ਅਸੀਂ ਜਿਹੜਾ ਇਹ ਵਿਅਕਤੀ ਸਾਡੀ ਜ਼ਮੀਨ ਤੇ ਕਾਸ਼ਤ ਕਰ ਰਿਹਾ, ਇਹਦੇ ਕੋਲੋਂ 2 ਮਰਲੇ ਮੁੱਲ ਲੈ ਕੇ 50,000 ਰੁਪਏ ਮਰਲੇ ਦੇ ਹਿਸਾਬ ਨਾਲ ਅਸੀਂ ਬੱਸ ਸਟੈਂਡ ਬਣਾਇਆ। ਇਸ ਬੰਦੇ ਨੇ ਕੀ ਕੀਤਾ ਹੋਇਆ, ਸਾਡੇ ਪਿੰਡ ਦੇ ਇੱਕ ਡੇਰੇ ਨੂੰ 1 ਕਿੱਲਾ ਜ਼ਮੀਨ ਦਾਨ ਵਿੱਚ ਦਿੱਤੀ ਸੀ, ਪਰ ਉਹ ਸਾਡੀ ਜ਼ਮੀਨ ਛੱਡਣ ਨੂੰ ਤਿਆਰ ਨਹੀਂ ਹੈ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਪੰਜਾਬ। ਮੈਂ ਹਾਂ ਰਵਿੰਦਰ ਤਨੇਜਾ। ਅੱਜ ਅਸੀਂ ਜੋ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਆਪਣੇ ਆਪ ਦੇ ਵਿੱਚ ਵੱਖਰਾ ਮਾਮਲਾ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਉਸ ਤੋਂ ਬਾਅਦ ਇੱਕ ਪਿੰਡਾਂ ਦੇ ਵਿੱਚ ਆਰੋਪ ਲੱਗਣੇ ਸ਼ੁਰੂ ਹੋ ਗਏ ਕਿ ਰਵਾਇਤੀ ਪਾਰਟੀਆਂ ਦੀ ਸਰਕਾਰ ਸਮੇਂ ਜੋ ਸਰਪੰਚ ਸੀਗੇ ਉਹਨਾਂ ਦੇ ਵੱਲੋਂ ਗ੍ਰਾਂਟਾਂ ਦੇ ਵਿੱਚ ਘਪਲੇ ਕੀਤੇ ਗਏ, ਉਹਨਾਂ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਘਪਲੇ ਕੀਤੇ ਗਏ। ਲੇਕਿਨ ਅੱਜ ਦਾ ਜਿਹੜਾ ਮਾਮਲਾ ਹੈ ਇਹ ਪੂਰੀ ਤਰ੍ਹਾਂ ਦੇ ਨਾਲ ਵੱਖ ਹੈ। ਅਸੀਂ ਮੌਜੂਦਾ ਜਲਾਲਾਬਾਦ ਹਲਕੇ ਦੇ ਪਿੰਡ ਸਜਰਾਣਾ ਵਿਖੇ, ਜਿੱਥੇ ਪੰਚਾਇਤ ਦਾ ਕਹਿਣਾ ਹੈ ਕਿ ਉਹਨਾਂ ਕੋਲੇ ਜ਼ਮੀਨ ਹੀ ਹੈ ਨਹੀਂ। ਜ਼ਮੀਨ ਹੈਗੀ ਸੀ, ਲੇਕਿਨ ਭਾਰਤ ਪਾਕ ਦੀ ਵੰਡ ਮਗਰੋਂ ਕੁਝ ਰਸੂਖਦਾਰਾਂ ਦੇ ਵੱਲੋਂ ਉਹ ਜ਼ਮੀਨ ਜਿਹੜੀ ਹੈ ਜੋ ਕਿ ਕਿਤੇ ਪੰਚਾਇਤ ਦੇ ਨਾਮ ਸੀ, ਉਸ ਨੂੰ ਕਾਗਜ਼ਾਂ ਦੇ ਵਿੱਚੋਂ ਪੂਰੀ ਤਰ੍ਹਾਂ ਮਿਟਾ ਦਿੱਤਾ ਗਿਆ। ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। ਇਹ ਪਿੰਡ ਸਜਰਾਣਾ ਦੇ ਪੰਚਾਇਤ ਹੈ, ਸਰਪੰਚ ਸਾਹਿਬ ਮੌਜੂਦ ਨੇ ਔਰ ਪਿੰਡ ਦੇ ਸਾਰੇ ਮੌਜੂਦ ਸੱਜਣ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ੱਕਤ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਗੱਲ ਦੀ ਘੋਖ ਕਰਨ ਦੇ ਲਈ ਕਿ ਆਖਿਰਕਾਰ ਇਹਨਾਂ ਦੇ ਪਿੰਡ ਕੋਲੇ ਜ਼ਮੀਨ ਕਿਉਂ ਨਹੀਂ ਹੈਗੀ, ਪੰਚਾਇਤੀ ਜ਼ਮੀਨ ਕਿਉਂ ਨਹੀਂ ਹੈਗੀ। ਕੀ ਵਾਕਿਆ ਹੀ ਜਦੋਂ ਭਾਰਤ ਪਾਕ ਦੀ ਵੰਡ ਹੋਈ ਤਾਂ ਉਸ ਤੋਂ ਬਾਅਦ ਤੋਂ ਇਹ ਪਿੰਡ ਜ਼ਮੀਨ ਤੋਂ ਸਖਣਾ ਹੈ, ਇਹ ਪਿੰਡ ਦੀ ਪੰਚਾਇਤ ਜ਼ਮੀਨ ਤੋਂ ਸਖਣੀ ਹੈ ਜਾਂ ਫਿਰ ਕੁਝ ਹੋਰ? ਜਾਣਦੇ ਆ ਪਿੰਡ ਵਾਸੀਆਂ ਦੀ ਜ਼ਬਾਨੀ ਕੀ ਕਹਿਣਾ ਉਹਨਾਂ ਦਾ। ਜੀ ਸਰ, ਕੀ ਨਾਂ ਜੀ ਤੁਹਾਡਾ? ਮੈਂ ਰਾਜਕੁਮਾਰ, ਸਰਪੰਚ ਪਿੰਡ ਸਜਰਾਣਾ, ਜ਼ਿਲ੍ਹਾ ਫਾਜ਼ਿਲਕਾ, ਹਲਕਾ ਜਲਾਲਾਬਾਦ ਜੀ। ਮੈਂ ਸਰ, ਇਹ ਰਿਕਾਰਡ ਹੈ ਮੇਰੇ ਹੱਥ 'ਚ। ਇਹ ਗੱਲ ਹੈ ਸਰ ਸਨ 67-68 ਦੀ। 67-68 ਦੇ ਵਿੱਚ ਸਾਡਾ ਰਕਬਾ 108 ਕਨਾਲ ਜਿਹੜੀ ਗ੍ਰਾਮ ਪੰਚਾਇਤ ਦੇ ਨਾਮ ਤੇ ਬੋਲਦੀ ਸੀ, ਉਸ ਨੂੰ ਸੀਓ ਸਾਹਿਬ ਦੇ ਹੁਕਮ ਜਾਰੀ ਕਰਕੇ ਪੰਚਾਇਤ ਦੀ ਜ਼ਮੀਨ ਨੂੰ ਕਿਸੇ ਪ੍ਰਾਈਵੇਟ ਬੰਦੇ ਦੇ ਨਾਮ ਕਰ ਦਿੱਤਾ ਗਿਆ। ਅਸੀਂ ਮਾਨਯੋਗ ਸਾਡੇ ਜਿਹੜੇ ਮੰਤਰੀ ਹੈ, ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ, MLA ਜਗਦੀਪ ਗੋਲਡੀ ਕੰਬੋਜ ਜੀ ਔਰ ਸਾਡੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੋਂ ਸਾਡੀ ਮੰਗ ਹੈ ਕਿ ਸਾਡੀ ਪੰਚਾਇਤੀ ਜ਼ਮੀਨ ਦੀ ਭਾਲ ਕਰਕੇ ਸਾਡੀ ਪੰਚਾਇਤ ਦੀ ਜ਼ਮੀਨ ਪੰਚਾਇਤ ਦੇ ਹਵਾਲੇ ਕੀਤੀ ਜਾਵੇ, ਤਾਂ ਜੋ ਆਉਣ ਵਾਲੇ ਸਮੇਂ 'ਚ ਅਸੀਂ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦਾ ਪਲਾਟ ਕੱਟ ਕੇ ਦੇ ਸਕੀਏ ਅਤੇ ਉਪਜਾਊ ਖੇਤੀ ਕਰਕੇ ਅਸੀਂ ਪਿੰਡ ਦੀ ਆਮਦਨ ਦੇ ਵਿੱਚ ਵਾਧਾ ਕਰ ਸਕੀਏ। ਗੱਲ ਕਰ ਰਹੇ ਹੋ ਕਿ 1967-68 ਦੇ ਵਿੱਚ ਜਿਹੜਾ ਹੈਗਾ ਤੁਹਾਡੀ ਜ਼ਮੀਨ ਜਿਹੜੀ ਕਿਸੇ ਦੇ ਨਾਮ ਕਰ ਦਿੱਤੀ ਗਈ। ਤੁਹਾਡੇ ਕੋਲੇ ਕੀ ਪ੍ਰੂਫ ਹੈ ਇਸ ਗੱਲ ਦਾ? ਸਾਡੇ ਕੋਲ ਸਾਰੇ ਪ੍ਰੂਫ ਹੈ ਜਿਹੜਾ ਉਰਦੂ ਦੇ ਵਿੱਚ ਲਿਖਤ ਹੈ, ਜਿਹੜੀ ਅਸੀਂ ਵੱਡੇ ਚੰਗੇ ਪੜ੍ਹੇ ਲਿਖੇ ਉਰਦੂ ਜਿਹੜੇ ਪੜ੍ਹੇ ਲਿਖੇ ਜਾਣਦਾ ਸੀ ਉਰਦੂ, ਉਹਨਾਂ ਵਿਦਵਾਨਾਂ ਕੋਲੋਂ ਇਹ ਪੜ੍ਹਾ ਕੇ ਸਾਰਾ ਕਾਰਵਾਈ ਸ਼ੁਰੂ ਕੀਤੀ ਹੈ। ਇੱਥੇ ਪੰਚਾਇਤ ਗ੍ਰਾਮ ਪੰਚਾਇਤ ਸਜਰਾਣਾ ਦੀ ਜ਼ਮੀਨ ਬੋਲ ਰਹੀ ਹੈ, ਇੱਥੇ ਪ੍ਰਾਈਵੇਟ ਬੰਦਾ ਕਾਸ਼ਤ ਕਰ ਰਿਹਾ ਖੇਤੀ ਨੂੰ, ਅੱਗੇ ਆ ਕੇ ਇਹੀ ਪੰਚਾਇਤੀ ਜ਼ਮੀਨ ਨੂੰ ਚੱਕ ਕੇ ਕਨਵਰਟ ਕਰ ਦਿੱਤਾ ਰਸੂਖਦਾਰਾਂ ਦੇ ਨਾਮ ਤੇ ਔਰ ਵੇਰਵਾ ਦੇ ਦਿੱਤਾ ਜਾਂਦਾ ਸਹਿਤ ਇੰਤਕਾਲ ਬਦਰ ਨੰਬਰ 13 ਮਕਬੂਜਾ। ਸੀਓ ਸਾਹਿਬ ਨੇ ਇਹੋ ਜਿਹੇ ਕਿਹੜੇ ਹੁਕਮ ਜਾਰੀ ਕਰ ਦਿੱਤੇ ਵੀ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਇਹਨਾਂ ਲੋਕਾਂ ਦੇ ਨਾਂ ਕਰ ਦਿੱਤਾ ਕਿ ਇਹ ਪੰਜਾਬ ਦੇ ਜਿਹੜੇ ਲੋਕ ਹੈਗੇ ਆ, ਜਿਹੜੇ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਨੱਪੀ ਬੈਠੇ ਆ, ਉਹ ਆਜ਼ਾਦੀ ਗੁਲਾਟੀਏ ਸਨ, ਕੋਈ ਪਰਮਵੀਰ ਚੱਕਰ ਵਿਜੇਤਾ ਸਨ, ਕੋਈ ਭਾਰਤ ਰਤਨ ਉਹਨਾਂ ਨੇ ਜਿੱਤਿਆ ਹੋਇਆ ਕਿ ਚੱਕ ਕੇ ਪੰਚਾਇਤੀ ਜ਼ਮੀਨ ਲੈ ਕੇ ਸਾਡੀ ਪੰਚਾਇਤੀ ਜ਼ਮੀਨ ਜਿਹੜੀ ਹੈ ਸਾਡੇ ਮੰਤਰੀਆਂ ਅੱਗੇ, ਮੁੱਖ ਮੰਤਰੀ ਜੀ, MLA ਸਾਹਿਬ
ਪੰਚਾਇਤ ਮੰਤਰੀ ਜੀ, ਹੋਰ ਵੀ ਜਿੰਨੀਆਂ ਜਥੇਬੰਦੀਆਂ ਕਿਸਾਨ ਆਗੂ ਹੈਗੇ, ਉਹਨਾਂ ਅੱਗੇ ਵੀ ਸਾਡੀ ਬੇਨਤੀ ਵੀ ਸਾਡੀ ਬਾਂਹ ਫੜੋ ਤੇ ਸਾਡਾ ਹੱਕ ਜਿਹੜਾ ਸਾਨੂੰ ਦਵਾਇਆ ਜਾਵੇ। ਬਿਲਕੁਲ ਇਹ ਇੱਕ ਸਰਪੰਚ ਬੋਲ ਰਿਹਾ ਹੈ ਪਿੰਡ ਸਜਰਾਣਾ, ਜਿਹੜਾ ਕਿ ਬਹੁਤ ਵੱਡਾ ਪਿੰਡ ਹੈ ਜਲਾਲਾਬਾਦ ਹਲਕੇ ਦਾ। ਉੱਥੋਂ ਦਾ ਸਰਪੰਚ ਬੋਲ ਰਿਹਾ ਹੈ ਕਿ ਪਿੰਡ ਦੇ ਕੋਲੇ ਜ਼ਮੀਨ ਹੈ ਨਹੀਂ, ਇੱਕ ਮਰਲਾ ਜ਼ਮੀਨ ਹੈ ਨਹੀਂ। ਦੱਸਦੇ ਹੈ ਕਿ ਪਿੱਛੇ ਜੇ ਕੋਈ ਗ੍ਰਾਂਟ ਆਈ ਸੀ, ਉਸ ਦੇ ਲਈ ਵੀ ਇਹਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਕੀ ਮਾਮਲਾ ਸੀ ਜਿਹਦੀ ਗ੍ਰਾਂਟ ਆਈ ਸੀ ਜੀ? ਜਿਹੜੀ ਗ੍ਰਾਂਟ ਆਈ ਸੀ, ਸਾਡੇ ਪਿੰਡ ਦੇ ਵਿੱਚ ਬੱਸ ਸਟੈਂਡ ਨਹੀਂ ਸੀ, ਜਿਹਦੇ ਵਾਸਤੇ ਬੱਸ ਸਟੈਂਡ ਵਾਸਤੇ ਸਾਨੂੰ ਪਿੰਡ ਦੀ ਪੰਚਾਇਤ ਨੂੰ ਬੱਸ ਸਟੈਂਡ ਦਾ ਦੋ ਦੇ ਦਿੱਤੇ। ਪਰ ਉਹਦੇ ਵਿੱਚ ਕੀ ਹੋਇਆ, ਸਾਡੇ ਕੋਲ ਬੱਸ ਸਟੈਂਡ ਬਣਾਉਣ ਵਾਸਤੇ ਵੀ ਜਗ੍ਹਾ ਨਹੀਂ ਸੀ। ਅਸੀਂ ਜਿਹੜਾ ਇਹ ਵਿਅਕਤੀ ਸਾਡੀ ਜ਼ਮੀਨ ਤੇ ਕਾਸ਼ਤ ਕਰ ਰਿਹਾ ਹੈ, ਇਹਦੇ ਕੋਲੋਂ 2 ਮਰਲੇ ਮੁੱਲ ਲੈ ਕੇ 50,000 ਰੁਪਏ ਮਰਲੇ ਦੇ ਹਿਸਾਬ ਨਾਲ ਅਸੀਂ ਬੱਸ ਸਟੈਂਡ ਬਣਾਇਆ ਹੈ। ਸਾਡੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਸਾਡੇ ਪਿੰਡ ਦੀਆਂ 4 ਪੰਚਾਇਤਾਂ ਹੈ। ਆਬਾਦੀ ਦੇ ਹੋਣ ਦੇ ਕਾਰਨ 4 ਪੰਚਾਇਤਾਂ ਦੇ ਵਿੱਚ ਕਿਸੇ ਕੋਲ ਵੀ 1 ਏਕੜ ਵੀ ਜ਼ਮੀਨ ਪੰਚਾਇਤੀ ਨਹੀਂ ਹੈ। ਇੱਥੇ ਨਾਲ ਇਹ ਵੀ ਗੱਲ ਖਤਮ ਨਹੀਂ ਹੁੰਦੀ। ਇਸ ਬੰਦੇ ਨੇ ਕੀ ਕੀਤਾ ਹੋਇਆ, ਸਾਡੇ ਪਿੰਡ ਦੇ ਇੱਕ ਡੇਰੇ ਨੂੰ 1 ਕਿੱਲਾ ਜ਼ਮੀਨ ਦਾਨ ਵਿੱਚ ਦਿੱਤੀ ਸੀ, ਜਿਹੜੀ ਕਿ ਸਾਡੇ ਕੋਲ ਲਿਖਤ ਹੈ। ਲਿਖਤ ਦੇ ਵਿੱਚ ਦਾਨ ਵਿੱਚ 2010 ਦੇ ਵਿੱਚ ਉਹਨੇ ਸਾਨੂੰ ਲਿਖ ਕੇ ਦੇ ਦਿੱਤੀ। ਉਹਦੀ ਕਾਸ਼ਤ ਡੇਰਾ ਪੀਰ ਬਾਬਾ ਲਾਲ ਸ਼ਾਹ ਦੇ ਜਿਹੜਾ ਪੁਜਾਰੀ ਹੈ ਉਹ ਕਰ ਰਿਹਾ ਹੈ। ਪਰ ਅੱਜ ਉਹਨੇ ਆ ਕੇ ਉਹਦੇ ਦਾਦੇ ਦੇ ਮਰਨ ਦੇ ਮਗਰੋਂ ਜਿਸ ਪੋਤੇ ਦੇ ਜਨਮ ਦਿਨ ਤੇ ਦਾਨ ਕੀਤੀ ਸੀ, ਉਸ ਪੋਤੇ ਨੇ ਆ ਕੇ ਉਹਨੂੰ ਵੀ ਘੇਰ ਲਿਆ। ਅਸੀਂ ਉਸ ਵਾਸਤੇ ਇਕੱਠੇ ਵੀ ਹੋਏ, ਉਹਦੇ ਅੱਗੇ ਰਿਕੁਐਸਟ ਵੀ ਕੀਤੀ, ਪਰ ਉਹ ਸਾਡੀ ਜ਼ਮੀਨ ਛੱਡਣ ਨੂੰ ਤਿਆਰ ਨਹੀਂ ਹੈ। ਸਾਡੀ ਗੌਰਮੈਂਟ ਅੱਗੇ ਇਹ ਬੇਨਤੀ ਹੈ ਕਿ ਸਾਡੀ ਪੰਚਾਇਤ ਜਿਹੜੀ ਵੱਡੀ ਬਹੁ ਗਿਣਤੀ ਦੇ ਵਿੱਚ ਗਰੀਬ ਆਬਾਦੀ ਹੈ, ਸਾਡੀਆਂ 4 ਪੰਚਾਇਤਾਂ ਨੂੰ ਇਹ ਜ਼ਮੀਨ ਕਢਵਾ ਕੇ ਸਾਡੇ ਡਿਵੈਲਪਮੈਂਟ ਵਿੱਚ ਵੰਡੀ ਜਾਵੇ। ਤੇ ਨਾਲ ਹੀ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਇਸ ਲਾਠੀ ਜੋ ਸਾਡੇ ਨਾਲ ਧੋਖਾ ਕੀਤਾ ਹੈ, ਪਿਛਲੇ 50 ਸਾਲਾਂ ਤੋਂ ਜਿਹੜੀ ਜ਼ਮੀਨ ਵਾਹ ਰਿਹਾ ਹੈ, ਉਹਦਾ ਜਿਹੜਾ ਮੁਆਵਜ਼ਾ ਵੀ, ਉਹਦਾ ਠੇਕਾ ਵੀ ਸਾਨੂੰ ਦਵਾਇਆ ਜਾਵੇ, ਕਿਉਂਕਿ ਇਹਨੇ ਸਾਡੀ ਜ਼ਮੀਨ ਦੇ ਉੱਤੇ ਕਾਸ਼ਤ ਕੀਤੀ ਹੈ, ਇਹਨੇ ਪੈਸਾ ਲਿਆ ਹੈ, ਸਾਡੇ ਨਾਲ ਠੱਗੀ ਮਾਰੀ ਹੈ। ਇਸ ਠੱਗੀ ਦਾ ਜਿਹੜਾ ਉਹਨੂੰ ਹਰਜਾਨਾ ਵੀ ਲਾਇਆ ਜਾਵੇ ਤੇ ਸਾਨੂੰ ਇਹਦਾ ਠੇਕਾ ਵੀ ਦਵਾਇਆ ਜਾਵੇ। ਆਬਾਦੀ ਕਿੰਨੀ ਹੈ ਤੁਹਾਡੇ ਪਿੰਡ ਦੀ? ਆਬਾਦੀ ਸਾਡੀ 5500 ਵੋਟਾਂ ਦੀ ਆਬਾਦੀ ਹੈ, ਜਿਹਦੇ ਵਿੱਚ ਸਾਡੀਆਂ 4 ਪੰਚਾਇਤਾਂ ਹੈ। ਮੈਂ ਢਾਣੀ ਕੋਟੂ ਰਾਮ ਤੋਂ ਸਾਬਕਾ ਪੰਚ ਤੇ ਇਹਨਾਂ ਦੇ ਵਿੱਚ ਮੈਂ ਖੜਾ ਕਿ ਜੋ ਸਾਡਾ ਹੱਕ। ਕਈ ਕੰਮ ਹੁੰਦੇ ਪੰਚਾਇਤਾਂ। ਸਾਨੂੰ ਕੀ ਹੁੰਦਾ ਜੀ, ਸਾਨੂੰ ਸਭ ਤੋਂ ਪਹਿਲਾਂ ਐਮਐਲਏ ਦੇ ਮੁਹਤਾਜ ਹੋਣਾ ਪੈਂਦਾ ਹੈ। ਐਮਐਲਏ ਸਾਨੂੰ ਜੇ ਕੋਈ ਗ੍ਰਾਂਟ ਦਿੰਦਾ ਹੈ, ਪਹਿਲਾ ਨੰਬਰ ਤੋਂ ਸਾਨੂੰ ਦਿੰਦਾ ਨਹੀਂ, ਕਿਉਂਕਿ ਪਛੜਿਆ ਹੋਇਆ ਪਿੰਡ ਹੈ। ਜੇ ਦਿੰਦਾ ਹੈ ਫਿਰ ਸਾਡੇ ਕੋਲ ਬਿਲਡਿੰਗ ਬਣਾਉਣ ਜੋਗੀ ਜਗ੍ਹਾ ਨਹੀਂ ਹੁੰਦੀ, ਫਿਰ ਸਾਨੂੰ ਜ਼ਿਮੀਂਦਾਰਾਂ ਨੂੰ ਆਪ ਦਾਨ ਕਰਕੇ। ਦੇਖੋ ਮੇਰੀ ਪੰਚਾਇਤ ਹੈ, ਮੇਰੀ ਪੰਚਾਇਤ ਨੂੰ ਮੈਂ ਨਵਾਂ ਹੋਂਦ 'ਚ ਲਿਆਂਦਾ, ਉੱਥੇ ਅਸੀਂ 4 ਬਿਲਡਿੰਗਾਂ ਬਣਾਈਆਂ, ਆਂਗਣਵਾੜੀ ਸੈਂਟਰ ਬਣਾਇਆ, ਜਿਮ ਦਾ ਕਮਰਾ ਬਣਾਇਆ, ਉਹਦੇ ਵਾਸਤੇ ਮੈਂ ਆਪ ਖੁਦ ਦਾਨ ਕੀਤੀ ਹੈ। ਮੇਰੀ ਮਾਲਕੀ ਜ਼ਮੀਨ 'ਚੋਂ ਪਹਿਲਾਂ ਪੰਜਾਬ ਗੌਰਮੈਂਟ ਦੇ ਨਾਲ ਰਜਿਸਟਰੀ ਕਰਵਾਈ ਹੈ। ਫਿਰ ਮੇਰਾ ਇੱਕ ਸਾਥੀ ਹੈ, ਮੈਂਬਰ ਪੰਚਾਇਤ ਉਹ ਸੀ, ਉਹਨੇ ਆਪਦੀ ਜ਼ਮੀਨ ਦੇ ਵਿੱਚ ਪੰਚਾਇਤ ਘਰ ਬਣਾਇਆ ਹੈ, ਉਹਨੇ 10 ਮਰਲੇ ਪੰਚਾਇਤ ਘਰ ਨੂੰ ਛੱਡੀ ਹੈ। ਸਕੂਲ ਦੀ ਬਿਲਡਿੰਗ ਬਣਾਈ ਹੈ, ਅਸੀਂ ਸਕੂਲ ਦੀ ਬਿਲਡਿੰਗ ਵਾਸਤੇ ਵੀ 2 ਕਨਾਲਾਂ ਆਪਦੀ ਪੰਚਾਇਤੀ ਜ਼ਮੀਨ 'ਚੋਂ ਦਾਨ ਕੀਤੀ ਹੈ। ਸੁਸਾਇਟੀ ਨੂੰ ਦਾਨ ਕੀਤੀ ਹੈ। ਅੱਡੇ ਵਾਸਤੇ ਸਾਡੇ ਕੋਲ ਜਗ੍ਹਾ ਨਹੀਂ, ਉਹ ਵੀ ਇੱਕ ਸਰਕਾਰੀ ਥਾਂ 'ਤੇ ਬਣਾਈ ਪਈ ਹੈ। ਇੱਕ ਸਾਡੇ ਹਰੀਜਨ ਧਰਮਸ਼ਾਲਾ ਆਈ ਸੀ, ਜਿਸ ਨੂੰ ਦੇਖੋ ਹਰੀਜਨਾਂ ਨੂੰ ਵਰਤਣ ਵਾਸਤੇ ਦਿੱਤੀ ਜਾਂਦੀ ਹੈ, ਉਹ ਸਾਡੀ ਗੁਰਦੁਆਰੇ ਦੇ ਅੰਦਰ ਬਣਾਈ ਗਈ ਹੈ। ਗੁਰਦੁਆਰੇ ਦੇ ਵਿੱਚ ਕਦੇ ਵੀ ਹਰੀਜਨ ਧਰਮਸ਼ਾਲਾ ਨਹੀਂ ਬਣਾਈ ਜਾਂਦੀ। ਉਹਦੇ ਵਾਸਤੇ ਵੀ ਅਸੀਂ ਬੜਾ ਰੋਸ ਕੀਤਾ, ਪਰ ਸਾਡੇ ਐਮਐਲਏ ਨੂੰ ਵੀ ਇਹ ਜਿਹੜੇ ਵੱਡੇ ਲੋਕ ਹੈ ਇਹ ਦਬਾ ਲੈਂਦੇ ਹੈ। ਨਾ ਜ਼ਮੀਨ ਦੇ ਹੋਣ ਕਾਰਨ ਸਾਨੂੰ ਇਹ ਸਾਰੀਆਂ ਗੱਲਾਂ ਦਾ ਸਹਿਣ ਕਰਨਾ ਪੈਂਦਾ ਹੈ। ਹਰੀਜਨ ਧਰਮਸ਼ਾਲਾ ਹਰੀਜਨ ਲੋਕਾਂ ਵਾਸਤੇ ਸੀ, ਉਹ ਹਰੀਜਨ ਦੇ ਸਾਹਮਣੇ ਅਸੀਂ ਜਗ੍ਹਾ ਦਿੰਦੇ ਸੀ, ਉੱਥੇ ਨਹੀਂ ਬਣਾਈ ਗਈ, ਉਹਨੂੰ ਬਣਾਇਆ ਗਿਆ ਗੁਰਦੁਆਰੇ ਦੇ ਵਿੱਚ। ਗੁਰਦੁਆਰੇ ਦੇ ਵਿੱਚ ਉਹ ਗੁਰਦੁਆਰੇ 'ਚ ਵਰਤ ਰਿਹਾ ਹੈ। ਸਾਡੇ ਹਰੀਜਨਾਂ ਨੂੰ ਕਦੇ ਉੱਥੇ ਵਿਆਹ ਸ਼ਾਦੀ ਵਾਸਤੇ ਨਹੀਂ ਵਰਤਣ ਦਿੱਤੀ ਗਈ। ਇੱਕ ਜ਼ਮੀਨ ਨਾ ਹੋਣ ਦੇ ਚਲਦਿਆਂ ਕਈ ਮਸਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਇੱਕ ਹੀ ਹੈ ਜਿਹੜਾ ਭਾਈ ਸਾਹਿਬ ਨੇ ਦੱਸਿਆ ਹੈ, ਸਾਨੂੰ ਜੋ ਕਿ 1967-68 ਦੇ ਵਿੱਚ ਰਕਬਾ ਤਕਰੀਬਨ ਇਹ ਤਾਂ ਜੋ ਸਾਡੇ ਨਕਲ ਕਢਾ ਕੇ ਲਿਆਂਦੀ ਹੈ, ਇਹਦੇ ਵਿੱਚ 108 ਕਨਾਲ ਹੈ। ਬਾਕੀ ਉਸ ਦੇ ਮੁਤਾਬਕ ਜਿਹੜੇ ਮੁਤਾਬਕ ਸਾਨੂੰ ਰਿਕਾਰਡ ਅਸੀਂ ਫਰਲਾਇਆ, ਉਸ ਮੁਤਾਬਕ ਘੱਟ ਤੋਂ ਘੱਟ ਵੀ 60 ਕਿੱਲਾ ਪੈਲੀ ਸਾਡੇ ਗ੍ਰਾਮ ਪੰਚਾਇਤ ਦੀ ਹੋਣੀ, ਜੋ ਕਿ ਮੌਜੂਦਾ ਹਾਲਾਤ ਸਾਡੇ ਇੱਕ ਤਾਂ ਸਾਡੇ ਸੇਮ ਦੀ ਲਪੇਟ ਵਿੱਚ ਅਸੀਂ ਆਏ ਹੋਏ ਹਾਂ। ਦੂਜਾ ਨੰਬਰ ਸਾਡੇ ਕੋਲ ਕੋਈ ਇਹੋ ਜਿਹੀ ਜਗ੍ਹਾ ਨਹੀਂ ਪੰਚਾਇਤੀ ਕਿ ਅਸੀਂ ਪੰਚਾਇਤੀ ਸਟੂਲ ਹੀ ਰੱਖ ਲਈਏ, ਜੋ ਕਿ ਸਰਮਾਏਦਾਰ ਇੱਕੋ ਇੱਕ ਸਰਦਾਰ ਮਲਵਈ ਸਿੱਖ ਜਾਤੀ ਦਾ, ਜੋ ਕਿ ਹਿੰਦੁਸਤਾਨ ਪਾਕ ਦੀ ਵੰਡ ਤੇ ਵੇਲੇ ਇੱਧਰ ਸੀਗਾ, ਇਸ ਪਿੰਡ ਦੇ ਵਿੱਚ ਵਸਨੀਕ ਸੀ। ਉਸ ਨੇ ਆਪਦੀ ਘੋੜੀ ਭਜਾ ਕੇ ਤੇ ਆਪਦਾ ਪੂਰਾ ਅੰਡਰਵੀਅਰ ਕੀਤਾ ਹੋਇਆ ਹੈ, ਜਿਹਦੇ ਵਿੱਚ ਸਾਨੂੰ ਜਵਾਨੀ ਕਲਾਮੀ ਵੀ ਕੁਛ ਮੁਰੱਬੇ ਯਾਦ ਨੇ, ਜਿਵੇਂ ਕਿ 108 ਮੁਰੱਬੇ ਦੇ ਵਿੱਚ ਜੋ ਰਕਬਾ ਹੈਗਾ ਉਹ ਗ੍ਰਾਮ ਪੰਚਾਇਤ ਦਾ ਹੈ, ਔਰ 107 ਦੇ ਵਿੱਚ ਵੀ ਮਤਲਬ ਅੱਧਾ ਮੁਰੱਬੇ ਦੇ ਵਿੱਚ ਅੱਧਾ ਰਕਬਾ ਗ੍ਰਾਮ ਪੰਚਾਇਤ ਦਾ ਹੈ, ਜਿਹਦੇ ਬਾਬਤ ਕਿ ਅਸੀਂ ਬੜੇ ਪਰੇਸ਼ਾਨ ਹੈ। ਸਾਨੂੰ ਪਹਿਲਾਂ ਤਾਂ
ਕੋਈ ਪ੍ਰਸ਼ਾਸਨ ਤੋਂ ਗ੍ਰਾਂਟ ਮੰਗਣੀ ਪੈਂਦੀ ਹੈ, ਉਸ ਤੋਂ ਬਾਅਦ ਉਹ ਗ੍ਰਾਂਟ ਨੂੰ ਲਾਉਣ ਵਾਸਤੇ ਮੁਸੀਬਤ ਖੜੀ ਹੁੰਦੀ ਹੈ। ਤਾਂ ਸਾਡੀ ਪ੍ਰਸ਼ਾਸਨ ਅੱਗੇ ਆਹੀ ਬੇਨਤੀ ਹੈ ਕਿ ਭਾਈ ਸਾਡੀ ਪੁਕਾਰ ਸੁਣੀ ਜਾਵੇ, ਸਾਡੀ ਪੁਕਾਰ ਸੁਣੀ ਜਾਵੇ ਔਰ ਸਾਨੂੰ ਇਨਸਾਫ ਦਿਵਾਇਆ ਜਾਵੇ। ਸਾਡੇ ਗ੍ਰਾਮ ਪੰਚਾਇਤ ਪੈਲੀ ਸਾਨੂੰ ਦਵਾਈ ਜਾਵੇ, ਜਿਸ ਵੀ ਦਰਨਾਰ ਦੇ ਥੱਲੇ ਜਿੰਦੇ ਵੀ ਹੈ ਉਹਦੇ ਕੋਲ ਸਾਨੂੰ ਕਢਾ ਕੇ, ਜੋ ਕਿ ਕੱਲ੍ਹ ਨੂੰ ਅਸੀਂ ਆਪਦਾ 5-5 ਮਰਲੇ ਜਿਸ ਤਰ੍ਹਾਂ ਪ੍ਰਸ਼ਾਸਨ ਕਹਿੰਦਾ ਵੀ ਗਰੀਬਾਂ ਨੂੰ ਕਲੋਨੀ ਬਣਾ ਕੇ ਦਿਓ, ਅਸੀਂ ਬਣਾ ਸਕੀਏ। ਇੰਨੇ ਹੀ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਬਿਲਕੁਲ ਕਹਿੰਦੇ ਹੈ ਕਿ ਪੰਚਾਇਤ ਕੋਲੇ ਜ਼ਮੀਨ ਨਹੀਂ ਹੈਗੀ ਕਿ ਉਹ ਆਪਣਾ ਸਟੂਲ ਵੀ ਢਾ ਸਕਣ। ਜੀ ਕਿੰਨੇ ਕੁ ਸਹਿਮਤ ਹੋ ਇਸ ਚੀਜ਼ ਨਾਲ ਕਿ ਵਾਕਈ ਇਹ ਹਾਲਾਤ ਬਣੇ ਹੋਏ? ਹਾਂਜੀ ਭਾਜੀ ਸਹਿਮਤ ਹੈ ਜੀ, ਕਿਉਂਕਿ ਸਾਡੇ ਰਾਜਕੁਮਾਰ ਸਰਪੰਚ ਜੀ ਨੇ ਕੋਈ ਕਾਗਜ਼ ਜਲੰਧਰੋਂ ਲਿਆਂਦੇ ਨੇ, ਉਹਨਾਂ ਦੇ ਵਿੱਚ ਕੋਈ ਗ੍ਰਾਮ ਪੰਚਾਇਤ ਦੀ ਜ਼ਮੀਨ ਬੋਲੀ ਜਾਂਦੀ ਹੈ। ਉਹਦੇ ਸਬੰਧ ਦੇ ਵਿੱਚ ਅੱਜ ਇਕੱਠੇ ਹੋਏ ਸੀ ਅਸੀਂ, ਤੇ ਇਹ ਕਹਿੰਦਾ ਵੀ ਆਪਾਂ ਸਾਰੇ ਉਪਰਾਲਾ ਕਰੀਏ, ਜ਼ਮੀਨ ਕਢਾਈਏ। ਕਿਸੇ ਵੀ ਵਿਅਕਤੀ ਦੇ ਥੱਲੇ ਆ, ਕੋਈ ਵੀ ਜ਼ਿਮੀਂਦਾਰ ਹੈ, ਅਸੀਂ ਇਹ ਨਹੀਂ ਕਹਿੰਦੇ ਵੀ ਉਹਦੇ ਸਾਰੇ ਥੱਲੇ ਆ, ਚਲੋ ਕਿਸੇ ਦੇ ਵੀ ਥੱਲੇ ਆਈ ਹੈ, ਉਹਨੂੰ ਕਢਾਉਣ ਦਾ ਸਾਡਾ ਹੱਕ ਬਣਦਾ, ਫਰਜ਼ ਬਣਦਾ। ਅਸੀਂ ਸਰਕਾਰ ਨੂੰ ਵੀ ਰਿਕੁਐਸਟ ਕਰਨੇ ਆ ਵੀ ਸਾਡੀ ਮਦਦ ਕਰਕੇ ਜ਼ਮੀਨ ਕਢਾਈ ਜਾਵੇ। ਬਸ ਇਹੀ ਹੈ ਜੀ, ਪੰਜਾਬ ਸਰਕਾਰ ਨੂੰ ਬੇਨਤੀ ਵੀ ਸਾਡੀ ਜ਼ਮੀਨ ਕਢਾ ਕੇ ਦਿੱਤੀ ਜਾਵੇ। ਜੋ ਤਾਂ ਬਿਲਕੁਲ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛਡਾਉਣ ਦੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਹੋਈ ਹੈ, ਤਾਂ ਉਸੇ ਦੇ ਤਹਿਤ ਪਿੰਡ ਵਾਸੀ ਜਿਹੜੇ ਆ ਉਹ ਅਪੀਲ ਕਰ ਰਹੇ ਆ ਕਿ ਜਲਾਲਾਬਾਦ ਹਲਕੇ ਦਾ ਪਿੰਡ ਸਜਰਾਣਾ, ਇਸ ਵੱਲ ਵੀ ਧਿਆਨ ਦਿੱਤਾ ਜਾਵੇ। ਇਸ ਪਿੰਡ ਦੀ ਜ਼ਮੀਨ ਜਿਹੜੀ ਕਿ ਸ਼ੁਰੂ ਤੋਂ ਹੀ ਪਿੰਡ ਦੀ ਪੰਚਾਇਤ ਕੋਲੇ ਨਹੀਂ ਹੈਗੀ, ਔਰ ਆਰੋਪ ਨੇ ਕਿ ਪਿੰਡ ਦੀ ਜ਼ਮੀਨ ਹੈਗੀ ਸੀ, ਲੇਕਿਨ ਕੁਝ ਧਨਾੜ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਪਾ ਕੇ ਕਾਗਜ਼ਾਂ ਦੇ ਵਿੱਚ ਉਹ ਜ਼ਮੀਨ ਜਿਹੜੀ ਆ ਆਪਣੇ ਨਾਂ ਲਵਾ ਲਿੱਤੀ ਗਈ। ਉਸ ਦੇ ਡਾਕੂਮੈਂਟਸ ਜਿਹੜੇ ਆ ਉਹ ਪਿੰਡ ਦੇ ਸਰਪੰਚ ਅਤੇ ਪੰਚਾਇਤ ਦੇ ਵੱਲੋਂ ਪੇਸ਼ ਕੀਤੇ ਜਾ ਰਹੇ ਆ। ਤਾਂ ਸਰਕਾਰ ਨੂੰ ਜਿਹੜੀ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਮਾਮਲੇ ਦੇ ਵਿੱਚ ਦਖਲ ਦਿੱਤਾ ਜਾਵੇ, ਅਤੇ ਜੇਕਰ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਤਾਂ ਫਿਰ ਉਸ ਨੂੰ ਉਸ ਦਾ ਹੱਕ ਦਿਵਾਇਆ ਜਾਵੇ, ਕਿਉਂਕਿ ਪਿੰਡ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੋਣਾ ਹੁੰਦਾ ਹੈ ਤਾਂ ਉਸ ਦੇ ਵਾਸਤੇ ਸਭ ਤੋਂ ਪਹਿਲਾਂ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਨਹੀਂ ਤਾਂ ਫਿਰ ਜਿਹੜੀਆਂ ਗ੍ਰਾਂਟਾਂ, ਚਾਹੇ ਉਹ ਪੰਜਾਬ ਸਰਕਾਰ ਦੇ ਵੱਲੋਂ ਹੋਵੇ ਚਾਹੇ ਕੇਂਦਰ ਦੇ ਵੱਲੋਂ ਹੋਵੇ, ਉਹ ਗ੍ਰਾਂਟਾਂ ਜਿਹੜੀਆਂ ਉਹ ਪਿੰਡਾਂ ਨੂੰ ਨਹੀਂ ਮਿਲਦੀਆਂ, ਜਿਸ ਦੇ ਕਾਰਨ ਪਿੰਡਾਂ ਦਾ ਵਿਕਾਸ ਨਹੀਂ ਹੁੰਦਾ। ਤਾਂ ਖਾਸ ਤੌਰ ਤੇ ਇਸ ਪਿੰਡ ਦੀ ਸਜਰਾਣੇ ਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੋਂ ਦੀ ਪੰਚਾਇਤ ਅੱਜ ਇਕੱਠਾ ਹੋਈ ਹੈ, ਔਰ ਸਰਕਾਰ ਦੇ ਮੂਹਰੇ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਉਹ ਭਾਲ ਕੇ ਪਿੰਡ ਦੀ ਪੰਚਾਇਤ ਦੇ ਹਵਾਲੇ ਕੀਤੀ ਜਾਵੇ। ਵੀਡੀਓ ਜਰਨਲਿਸਟ ਮੌਂਟੀ ਦੇ ਨਾਲ ਅਰਵਿੰਦਰ ਤਨੇਜਾ, ਸਾਂਝਾ ਟੀਵੀ ਪੰਜਾਬ। ਸਜਰਾਣਾ ਪਿੰਡ ਹੈ, ਔਰ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਔਰ ਕੁਝ ਹੋਰ ਮੈਂਬਰ ਸਰਪੰਚ ਨੇ ਤੁਹਾਡੇ ਤੇ ਆਰੋਪ ਲਗਾਏ ਹੈ ਕਿ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਤੁਹਾਡੇ ਵੱਲੋਂ 67 ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਜਿਹੜੀ ਹੈ ਉਹ ਆਪਣੇ ਨਾਮ ਕਰ ਦਿੱਤੀ ਗਈ। ਇਹਦੇ ਤੇ ਕੀ ਕਹਿਣਾ ਸਰ? ਬੇਸਿਕਲੀ ਮੇਰਾ ਨਾਮ ਹੈ ਜੀ ਸੁਰਿੰਦਰ ਸਿੰਘ, ਐਂਡ ਸਰ ਜਿਹੜੀ ਐਲੀਗੇਸ਼ਨ ਮੇਰੇ ਲਾ ਰਹੇ ਬਜ਼ੁਰਗਾਂ ਦੇ ਰਾਜਿੰਦਰ ਸਿੰਘ, ਉਹ ਮੇਰੇ ਦਾਦਾ ਜੀ ਸੀਗੇ ਸਰ। ਸਰ ਸਾਡੀ ਰੈਸ਼ ਬਨ ਵਾਲੇ ਹਨਵੰਤੇ ਦੇ ਵਿੱਚ ਹੈ ਜੀ। ਜ਼ਮੀਨ ਸਾਡੀ ਜਿਹੜੀ ਸਰ ਸ਼ਹਿਰਾਣੇ ਦੇ ਵਿੱਚ ਹੈਗੀ, ਐਗਰੀਕਲਚਰ ਲੈਂਡ ਹੈ ਸਰ ਉੱਥੇ। ਸਰ ਅਸੀਂ ਸਰ ਉਹ ਬਾਈ ਕੀਤੀ ਸੀਗੀ 1943 'ਚ। ਸਾਡੇ ਦਾਦਾ ਜੀ ਨੇ ਬਾਈ ਕੀਤੀ ਸੀ ਮੁਸਲਮਾਨਾਂ ਤੋਂ, ਕਿਉਂਕਿ ਸਰ ਉਹ ਬੇਸਿਕਲੀ ਪਿੰਡ ਸੀ ਮੁਸਲਮਾਨਾਂ ਦਾ। ਇਲਾਹੀ ਬਖਸ਼ ਤੇ ਮੁਹੰਮਦ ਖਾਨ ਤੇ ਕਾਦਰ ਬਖਸ਼ ਤੋਂ ਇਵਨ ਦੋ ਕਿ ਸਰ ਉੱਥੋਂ ਪਰਚੇਜ਼ ਵੀ ਕੀਤੀ, ਤੇ ਸਰ ਸਾਨੂੰ ਪਾਕਿਸਤਾਨ ਦੇ ਉੱਥੇ ਸਾਡਾ ਪਿੰਡ ਸੀ ਬੂਟੇ ਵਾਲਾ, ਉਹਦੇ ਬਕਾਇਦਾ ਸਾਨੂੰ ਸਰ ਅਲਾਟ ਇੱਥੇ ਹੋਈ ਹੈ ਜੀ, ਸ਼ਹਿਰਾਣੇ 'ਚ ਅਲਾਟ ਵੀ ਹੋਈ। ਕਿਉਂਕਿ ਸਰ ਜਦੋਂ ਰੀਹੈਬਿਟੇਸ਼ਨ ਹੋਈ, ਜਦੋਂ ਇੰਡੋ ਪਾਕ ਦੀ ਡਿਵਾਈਡੇਸ਼ਨ ਹੋਈ, ਤਾਂ ਸਰ ਉਹਨੇ ਇੱਥੇ ਸਾਨੂੰ ਪੰਚਾਇਤੀ ਮਤਲਬ ਜਿਹੜੀ ਉਹ ਗੱਲ ਕਰ ਰਹੇ ਹੈਗੇ ਪਹਿਲੀ ਦੀ ਗੱਲ ਕਰ ਰਹੇ, ਉਦੋਂ ਸਰ ਸਾਡੇ ਕੋਲ ਤਾਂ ਬਹੁਤ ਪਹਿਲਾਂ ਉੱਥੇ ਪ੍ਰੋਰ ਪਹਿਲੀ ਹੈਗੀ ਹੈ। 1943 'ਚ ਅਸੀਂ ਸਰ ਬਾਈ ਵੀ ਕੀਤੀ ਹੈ, ਸਾਨੂੰ ਅਲਾਟ ਵੀ ਹੋਈ ਹੈ। ਸਾਨੂੰ ਉਦੋਂ ਬਾਅਦ ਰੀਹੈਬਿਟੇਸ਼ਨ ਥਰੂ ਅਲਾਟ ਵੀ ਹੋਈ ਸਰ। ਸਰ ਜਿਹੜੀ ਇਫੈਕਟ ਦੀ ਗੱਲ ਕਰਦੇ ਆ ਵੀ 1968 ਦੇ ਵਿੱਚ ਜੋ ਵੀ ਇਹ ਇੱਕ ਨਕਲ ਲੈ ਕੇ ਆਏ ਸਰ, ਇੱਕ ਇਹ ਦਰੁਸਤੀ ਦਾ ਇੰਤਕਾਲ ਲੈ ਕੇ ਆਏ ਸਰ, ਸਿਹਤ ਦਾ ਇੰਤਰਾਜ ਲੈ ਕੇ ਆਏ ਸਰ। ਫਰਦ ਬਦਲ ਨੰਬਰ 13 ਹੈਗਾ ਸਰ, 67 ਦੇ ਵਿੱਚ ਉਹ ਹੋਈ ਹੈ ਸਰ। ਉਹ ਕਿਉਂ ਹੋਈ ਹੈ ਸਰ? ਵਿਦ ਦੀ ਆਰਡਰ ਆਫ ਸਰ ਕਲੈਕਟਰ ਹੋਈ ਹੈ, ਜੋ ਕਿ ਮੇਰੇ ਕੋਲ ਓਰੀਜਨਲ ਵੀ ਹੈ ਸਰ, ਤੇ ਫੋਟੋ ਕਾਪੀਆਂ ਵੀ ਹੈ ਸਰ। ਇਵਨ ਦੋ ਕਿ ਆਰਡਰ ਦੀ ਕਾਪੀਆਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਆ ਓਰੀਜਨਲ ਹੈਂਡ ਰਿਟਨ। ਇਹਦੇ 'ਚ ਸਰ ਕੀ ਹੈ ਕਿ ਇਹ ਇੱਕ ਐਲੀਗੇਸ਼ਨ ਲਾਉਂਦੇ ਕਿ ਸਾਡੀ ਪੰਚਾਇਤ ਦੀ ਸਰ ਪੈਲੀ ਹੈ। ਸਰ ਉਹ ਪੈਲੀ ਜਿਹੜੀ ਹੈਗੀ ਹੈ ਨਾ ਜੀ, ਉਹ ਪੰਚਾਇਤ ਦੇ ਨਾਲ ਜੋ ਪੈਲੀ ਹੋਵੇ ਸਰ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਤਾਂ ਆਪ ਇਨਕੁਆਇਰੀ ਕਰਾਉਣ ਦੇ ਹੱਕ 'ਚ ਹਾਂ ਵੀ ਕਿਹਦੇ ਕੋਲ ਹੈ ਕਿਹਦੇ ਕੋਲ ਨਹੀਂ ਹੈ, ਪਿੰਡ ਦੀ ਇਨਕੁਆਇਰੀ ਹੋਈ ਜਾਵੇ। ਬਟ ਜੋ ਇਹ ਐਲੀਗੇਸ਼ਨ ਪਰਸਨਲੀ ਸਾਡੇ ਤੇ ਲਾ ਰਿਹਾ ਸਰ, ਉਹ ਜਿਹੜਾ ਆਰਡਰ ਹੈਗਾ ਉਹ ਸਰ ਵਿਦ ਦੀ ਆਰਡਰ ਆਫ ਕਲੈਕਟਰ ਸਾਡੇ ਹੱਕ 'ਚ ਹੋਈ ਹੈ। ਕਿਉਂਕਿ ਸਰ ਅਸੀਂ ਇਹ ਬਾਈ ਕੀਤੀ ਸੀਗੀ, ਇਸ ਕਰਕੇ ਜਦੋਂ ਸ਼ਾਮਲਾਟ ਦਾ ਮਤਲਬ ਜਦੋਂ ਸ਼ਾਮਲਾਟ ਐਕਟ ਆਇਆ 1960 ਦੇ ਵਿੱਚ ਆਇਆ ਸਰ, ਉਦੋਂ ਸਰ ਸਾਨੂੰ ਕਾਟ ਲੱਗੀ ਪਿੰਡ ਦੇ ਵਿੱਚ, ਜਦੋਂ ਸਾਂਝੀ ਕਾਟ ਲੱਗੀ ਉਹਦੇ ਅਗੇਂਸਟ ਸਰ ਅਸੀਂ ਕੇਸ ਕੀਤਾ। ਅਸੀਂ 63 ਦੇ ਵਿੱਚ ਕੇਸ ਕੀਤਾ, ਤੇ 67 'ਚ ਸਾਡੇ ਹੱਕ ਦੇ ਵਿੱਚ ਵਿਦ ਦੀ ਹੈਂਡ ਰਿਟਨ ਆ ਸਰ, ਆਪ ਕੋ ਕਲੈਕਟਰ ਸਾਹਿਬ ਦੇ ਸਾਈਨ ਹੈ। 24/67 ਦੇ ਵਿੱਚ ਸਰ ਸਾਡੇ ਹੱਕ ਦੇ ਵਿੱਚ ਹੋ ਗਈ। ਇਹ 'ਚ ਸਪੈਸੀਫਿਕਲੀ ਮੈਂਸ਼ਨ ਕੀਤਾ ਜਾਂਦਾ ਹੈ ਕਲੈਕਟਰ ਸਾਹਿਬ ਵੱਲੋਂ ਕਿ ਅਸੀਂ 1943 'ਚ ਆ ਸਾਡੀਆਂ ਰਜਿਸਟਰਡ ਡੀਡ ਉਹਨਾਂ ਦੀਆਂ ਵਿੱਚ ਦਿੱਤੀਆਂ ਵੀ ਹੈ। ਡਾਕੂਮੈਂਟ ਨੰਬਰ 1
ਫਰੋਮ ਇਲਾਈ ਬਖਸ਼ ਐਂਡ ਕਾਦਰ ਬਖਸ਼ ਅਸੀਂ ਪਰਚੇਜ਼ ਕੀਤੀ ਹੈਗੀ ਹੈ ਜੀ। ਇਸ ਕਰਕੇ ਜੀ ਇੱਕ ਰੂਲ ਹੈ ਸਰ ਸੰਵਿਧਾਨ ਦੇ ਵਿੱਚ ਕਿ 26 ਜਨਵਰੀ 1950 ਤੋਂ ਪਹਿਲਾਂ ਕੋਈ ਵੀ ਪਰਸਨ ਕਿਸੇ ਵੀ ਚੀਜ਼ ਨੂੰ ਪਰਚੇਜ਼ ਕਰਦਾ, ਐਕਸਚੇਂਜ ਕਰਦਾ, ਕਿਸੇ ਚੀਜ਼ ਦੇ ਵਿੱਚ ਉਹਨੂੰ ਸ਼ੇਅਰ ਹੋਲਡਰ ਮਿਲਦਾ ਜੀ, ਉਹਨੂੰ ਆਪਾਂ ਕੈਂਸਲ ਮਤਲਬ ਜੋ ਵੀ ਉਹਨੂੰ ਕਾਟ ਨਹੀਂ ਲੱਗ ਸਕਦੀ ਸਰ, ਜੋ ਕਿ ਇਹ 'ਚ ਕਲੀਅਰਲੀ ਮੈਂਸ਼ਨ ਹੈ ਵਿਦ ਦੀ ਆਰਡਰ। ਐਂਡ ਲਾਸਟ ਤੇ ਸਰ ਸਾਡੇ ਸਪੈਸੀਫਿਕਲੀ ਉਹਨਾਂ ਨੇ ਸਾਨੂੰ ਮਤਲਬ ਇਹਦੇ ਵਿੱਚ ਉਹਨਾਂ ਨੇ ਲਿਖਿਆ ਵਿਦ ਦੀ ਵਰਚੂ ਆਫ ਦੀ ਸੈਕਸ਼ਨ 3/2 ਆਫ ਦੀ ਐਕਟ that the property shall be revested in the person whom it should be vested before the concealment of the Shambhala law and that is ਨਿੱਕਾ ਸਿੰਘ ਸਾਡੇ ਫਾਦਰ ਸਾਹਿਬ ਦਾ ਨਾਂ ਹੈ ਜੀ, ਜਿਨ੍ਹਾਂ ਦੇ ਨਾਂ ਤੇ ਹੱਕ ਤੇ ਹੋਈ ਹੈ ਜੀ। ਐਂਡ ਪ੍ਰੋਪਰਲੀ ਸਰ ਵਿਦ ਦੀ ਆਰਡਰ ਆਫ ਕਲੈਕਟਰ ਇਸ 67 'ਚ ਸਾਡੇ ਹੱਕ 'ਚ ਆਰਡਰ ਆਇਆ ਜੀ ਤੇ 68 'ਚ ਸਾਡੇ ਹੱਕ 'ਚ ਕੀਤੀ ਗਈ ਹੈ। ਐਂਡ ਈਵਨ ਦੋ ਸਰ ਜੋ ਇਹ ਐਲੀਗੇਸ਼ਨ ਲਾ ਰਿਹਾ ਜੀ ਸਰ ਵੀ ਕੋਠੀ ਦੇ ਵਿੱਚ ਰਿਕਾਰਡ ਨੂੰ ਸਾੜਿਆ ਗਿਆ ਜੀ, ਹੋਰ ਸਾੜਿਆ ਗਿਆ ਜੀ ਸਰ, ਈਵਨ ਦੋ ਕਿ ਸਰ ਆਪਾਂ ਵੈਲ ਐਜੂਕੇਟਡ ਪਰਸਨ ਹੈਗੇ ਆ ਸਰ, ਕੋਈ ਵੀ ਆਪਣਾ ਰੈਵਨਿਊ ਦਾ ਰਿਕਾਰਡ ਆ ਉਹ ਜਲੰਧਰ ਹੁੰਦਾ ਸੀਗਾ ਜੀ, ਜਲੰਧਰ ਤੋਂ ਬਾਅਦ ਇਹ ਫਿਰੋਜ਼ਪੁਰ ਆਇਆ ਸਰ, ਫਿਰੋਜ਼ਪੁਰ ਬਾਅਦ ਰੀਸੈਂਟ ਹੁਣ ਫਾਜ਼ਿਲਕਾ ਡਿਸਟ੍ਰਿਕਟ 'ਚ ਹੈ ਜੀ, ਜੋ ਮੁਕਤਸਰ ਦਾ ਮੁਕਤਸਰ ਨੂੰ ਦਿੱਤਾ ਗਿਆ ਸਰ। ਇਹ ਕੋਈ ਛੋਟੀ ਗੱਲ ਥੋੜ੍ਹਾ ਹੈ ਕਿ ਵੀ ਇੰਨਾ ਰੈਵਨਿਊ ਦਾ ਰਿਕਾਰਡ ਹੋਵੇ ਕਿ ਪਰਸਨਲੀ ਕਿਸੇ ਦੇ ਘਰ 'ਚ ਰੱਖ ਦਿੱਤਾ ਜਾਵੇ। ਤੇ ਇਹ ਕਹਿੰਦੇ ਵੀ 68 'ਚ ਉਹਨੂੰ ਅੱਗ ਲਗਾ ਕੇ ਦਿੱਤੀ ਸਰ, ਕਲੈਕਟਰ ਹੋਈ, ਮਰੱਬਾਬੰਦੀ ਹੋਈ, ਪੱਤਰ ਦੇ ਵਿੱਚ ਸਰ ਸਰਪਲਸ ਐਕਟ ਆਏ, ਮਰੱਬਾਬੰਦੀ ਹੋਈ ਹੈ, ਇੰਨੇ ਵੱਡੇ ਫੈਸਲੇ ਹੋਏ ਆ, ਕੀ ਉਹ ਕਲੈਕਟਰ ਸਾਹਿਬ ਵੱਲੋਂ ਉਹਨਾਂ ਦੇ ਆਰਡਰ ਨਹੀਂ ਹੋਣੇ ਸਰ? ਕੀ ਇੰਨੇ ਪਟਵਾਰੀ ਰਹੇ ਜੀ, ਸਰਪਲਸ ਮਹਿਕਮਾ ਰਿਹਾ ਜੀ, ਉਹਨਾਂ ਨੇ ਮਰੱਬਾਬੰਦੀਆਂ ਕੀਤੀਆਂ, ਉਹ ਕੀਤੀਆਂ, ਕੀ ਉਹ ਸਿਰਫ ਸਾਡੇ ਘਰ ਦੇ ਵਿੱਚ ਹੀ ਰਿਕਾਰਡ ਰਿਹਾ ਸਰ?